ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਟੌਪਿਕ ਕਵਰ ਕਰਨਾ ਹੈ ਇਨਕਮ ਟੈਕਸ ਰਿਟਰਨ, ਕਿ ITR ਕੀ ਹੁੰਦਾ ਹੈ। ਲਾਸਟ ਕਲਾਸ ਦੇ ਵਿੱਚ ਆਪਾਂ ਐਡਵਾਂਸ ਟੈਕਸ ਵਾਲਾ ਟੌਪਿਕ ਪੂਰਾ ਖਤਮ ਕਰ ਚੁੱਕੇ ਹਾਂ ਅਤੇ ਅੱਜ ਅਸੀਂ ITR ਬਾਰੇ ਪੜ੍ਹਾਂਗੇ। ਹੁਣ ਦੇਖੋ ਕਿ ਵਟ ਇਜ਼ ITR ਹੁੰਦਾ ਕੀ ਹੈ। ਦੇਖੋ ITR ਇੱਕ ਫੋਰਮ ਹੈ ਜੋ ਇੱਕ ਪਰਸਨ ਹੈ ਉਹ ਡਿਕਲੇਅਰ ਕਰਦਾ ਜਿਹਦੇ ਵਿੱਚ ਆਪਣੀ ਇਨਕਮ, ਕਿ ਉਹਦੀ ਇਨਕਮ ਕਿੰਨੀ ਸੀ, और कितना टैक्स पेबल करने ਲਈ ਲਾਇਬਲ ਹੈ, ਮਤਲਬ ਉਹਨੇ ਕਿੰਨਾ ਟੈਕਸ ਪੇ ਕਰਨਾ ਹੈ, ਕਿੰਨਾ ਆਲਰੇਡੀ ਕਰ ਚੁੱਕਾ ਹੈ TDS ਔਰ ਐਡਵਾਂਸ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਨੂੰ। ਤਾਂ ਇਹਨੂੰ ਆਪਾਂ ITR ਬੋਲਦੇ ਹਾਂ, ਮਤਲਬ ਜਿਹਦੇ ਵਿੱਚ ਫੁੱਲ ਡਿਸਕਲੋਜ਼ਰ ਕੀਤਾ ਜਾਂਦਾ ਤੁਹਾਡੇ ਇਨਕਮ ਦਾ, ਤੁਹਾਡੇ ਟੈਕਸ ਪੇਬਲ ਦਾ, ਤੁਹਾਡੇ ਟੈਕਸ ਪੇਡ ਦਾ, ਕਿ ਜੋ ਚੀਜ਼ਾਂ ਸਰਕਾਰ ਨੂੰ ਚਲੀ ਚੁੱਕੀਆਂ। ITR ਇੱਕ ਫੋਰਮ ਹੈ ਜਿਸ ਵਿੱਚ ਤੁਸੀਂ ਆਪਣੀ ਸਾਰੀ ਇਨਕਮ ਟੈਕਸ, TDS, ਐਡਵਾਂਸ ਟੈਕਸ ਗਵਰਨਮੈਂਟ ਨੂੰ ਡਿਟੇਲ ਵਿੱਚ ਦੱਸਦੇ ਹੋ। ਨੈਕਸਟ ਆ ਜਾਓ, ਇਨ ਸ਼ੋਰਟ ਆਪਾਂ ਕਹਿ ਸਕਦੇ ਹਾਂ ਕਿ ਗਵਰਨਮੈਂਟ ਨੂੰ ਆਫੀਸ਼ੀਅਲ ਰਿਪੋਰਟ ਦੇਣਾ ਕਿ ਮੈਂ ਇੰਨੀ ਇਨਕਮ ਕਮਾਈ ਅਤੇ ਉਹਦੇ ਉੱਤੇ ਇੰਨਾ ਟੈਕਸ ਆਲਰੇਡੀ ਪੇ ਹੋ ਚੁੱਕਾ ਹੈ ਅਤੇ ਇੰਨਾ ਟੈਕਸ ਹਜੇ ਮੈਂ ਪੇ ਕਰਨਾ ਹੈ। ਇਹਨੂੰ ਆਪਾਂ ਕੀ ਬੋਲਾਂਗੇ? ITR, ਇਨਕਮ ਟੈਕਸ ਰਿਟਰਨ। ਹੁਣ ਆ ਜਾਓ, ਵਾਈ ਡੂ ਵੀ ਫਾਈਲ ITR, ਕਿ ਆਪਾਂ ITR ਨੂੰ ਫਾਈਲ ਹੀ ਕਿਉਂ ਕਰਨਾ ਹੈ। ਪਹਿਲਾ, ਸਰਕਾਰ ਨੂੰ ਇਨਫੋਰਮੇਸ਼ਨ ਦੇਣ ਵਾਸਤੇ ਆਪਣੀ ਇਨਕਮ ਦੀ। ਦੂਜਾ, ਕੈਲਕੂਲੇਟ ਕਰਨ ਵਾਸਤੇ ਕਰੈਕਟ ਟੈਕਸ। ਤੀਜਾ, ਜੇ ਤੁਹਾਡਾ ਕੋਈ ਕਲੇਮ ਹੈ ਰਿਫੰਡ ਦਾ, ਮਤਲਬ ਕਿ TDS ਵਗੈਰਾ ਤੁਸੀਂ ਵਾਪਸ ਲੈਣਾ ਹੈ ਤਾਂ ਉਹਦੇ ਲਈ ਜੇ ਤੁਸੀਂ ITR ਭਰੀ ਹੈ ਤਾਂ ਹੀ ਤੁਸੀਂ ਉਹ ਕਲੇਮ ਨੂੰ ਲੈ ਸਕਦੇ ਹੋ, ਅਦਰਵਾਈਜ਼ ਨਹੀਂ ਕਰ ਸਕਦੇ ਤੁਸੀਂ, ਠੀਕ ਹੈ, ਅਗਰ ਤੁਸੀਂ ITR ਨਹੀਂ ਭਰੀ। ਉਸ ਤੋਂ ਬਾਅਦ ਹੈ ਟੂ ਅਵੋਇਡ ਪੈਨਲਟੀ ਐਂਡ ਨੋਟਿਸਿਸ। ITR ਤਾਂ ਭਰੀ ਜਾਂਦੀ ਹੈ ਕਿ ਤਾਂ ਕਿ ਤੁਹਾਨੂੰ ਕੋਈ ਵੀ ਪੈਨਲਟੀ ਨਾ ਲੱਗੇ, ਨਾ ਹੀ ਤੁਹਾਨੂੰ ਕੋਈ ਬਾਰ-ਬਾਰ ਨੋਟਿਸ ਭੇਜੇ ਜਾਣ। ਪ੍ਰੂਫ ਹੁੰਦਾ ਹੈ ਤੁਹਾਡੀ ਇਨਕਮ ਦਾ, ਅਗਰ ਇਨ ਫਿਊਚਰ ਤੁਸੀਂ ਕੁਛ ਲੋਨ ਲੈਣਾ ਹੈ, ਵੀਜ਼ਾ ਰਿਲੇਟਿਡ ਕੋਈ ਕੰਮ ਕਰਵਾਉਣਾ ਹੈ, ਜੋਬ ਟੈਂਡਰ ਐਕਸੈਕਟਰਾ, ਇਹਨਾਂ ਚੀਜ਼ਾਂ ਲਈ ਤੁਹਾਨੂੰ ਪ੍ਰੂਫ ਦੇਣਾ ਪੈਂਦਾ ਆਪਣੀ ਇਨਕਮ ਦਾ। ਤਾਂ ITR ਬੈਸਟ ਪ੍ਰੂਫ ਹੁੰਦਾ ਹੈ ਤੁਹਾਡੀ ਇਨਕਮ ਦਾ, ਇਸ ਕਰਕੇ ITR ਭਰਨਾ ਜ਼ਰੂਰੀ ਹੋ ਜਾਂਦਾ ਹੈ। ਨੈਕਸਟ ਹੈ, ਹੂ ਇਜ਼ ਰਿਕੁਆਇਰਡ ਟੂ ਫਾਈਲ ITR। ਵੈਰੀ ਇੰਪੋਰਟੈਂਟ ਚੀਜ਼ ਕਿ ITR ਨੂੰ ਫਾਈਲ ਕਰਨ ਦੀ ਕਿਹਨਾਂ ਨੂੰ ਜ਼ਰੂਰਤ ਹੈ ਜਾਂ ਕੌਣ ਕਰੂਗਾ। ਦੇਖੋ, ਕੋਈ ਵੀ ਪਰਸਨ ਜਿਹਦੀ ਇਨਕਮ ਐਗਜ਼ੰਪਸ਼ਨ ਲਿਮਿਟ ਤੋਂ ਬਾਹਰ ਜਾ ਚੁੱਕੀ ਹੈ, ਠੀਕ ਹੈ, ਆਪਾਂ ਇਹ ਸਲੈਬਸ ਵੀ ਕਰਾਂਗੇ ਕਿ ਜਿਹਦੀ ਟੋਟਲ ਇਨਕਮ ਐਕਸੀਡ ਬਾਹਰ ਜਾ ਚੁੱਕੀ ਹੈ ਉਹਦੀ ਬੇਸਿਕ ਐਗਜ਼ੰਪਸ਼ਨ ਲਿਮਿਟ ਤੋਂ, ਉਸ ਪਰਸਨ ਨੇ ITR ਕਰਨੀ ਹੈ ਫਾਈਲ। ਜਿਹਦਾ TDS ਡਿਡਕਟਿਡ ਹੈ ਐਂਡ ਉਹਨੇ ਰਿਫੰਡ ਕਲੇਮ ਕਰਨਾ ਹੋਵੇ ਉਹਨੇ ITR ਫਾਈਲ ਕਰਨੀ ਹੈ। ਬਿਜ਼ਨਸ ਪ੍ਰੋਫੈਸ਼ਨਲ ਇਨਕਮ ਹੋਵੇ, ਕੈਪੀਟਲ ਗੇਨ ਹੋਵੇ, ਲੋਸ ਕੈਰੀ ਫੋਰਵਰਡ ਕਰਨਾ ਹੋਵੇ, ਇਹਨਾਂ ਸਾਰੇ ਰੀਜ਼ਨਸ ਦੇ ਵਿੱਚ ਆਪਾਂ ITR ਫਾਈਲ ਕਰਨੀ ਹੈ। ਹੁਣ ਇਹ ਆਉਂਦਾ ਹੈ ਕਿ ITR ਫਾਈਲ ਕਦੋਂ ਹੋਣੀ ਹੈ। ਜਿੱਦਾਂ ਐਡਵਾਂਸ ਟੈਕਸ ਦੀ ਡੇਟ ਸੀਗੀ ਉੱਦਾਂ ਹੀ ITR ਦੀ ਵੀ ਡੇਟਸ ਹੈ, ਠੀਕ ਹੈ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ। ITR ਨੂੰ ਇੰਡੀਵਿਜੂਅਲ, ਕੋਈ ਵੀ ਇੰਡੀਵਿਜੂਅਲ ਮਤਲਬ ਕੋਈ ਵੀ ਸੈਲਰੀਡ ਪਰਸਨ ਜਿਹਨੇ ITR ਬਣਾਉਣੀ ਆ ਉਹ 31 ਜੁਲਾਈ ਤੱਕ ਬਣਾਏਗਾ, ਠੀਕ ਹੈ, ਅਤੇ ਆਡਿਟ ਕੇਸਿਸ ਦੇ ਵਿੱਚ ਉਹ 31 ਅਕਤੂਬਰ ਹੈ। ਯਾਦ ਰੱਖਣਾ, ਇੰਡੀਵਿਜੂਅਲ, ਕੋਈ ਵੀ ਇੰਡੀਵਿਜੂਅਲ ਸੈਲਰੀਡ ਪਰਸਨ, ਠੀਕ ਹੈ, ਜਿਹਨੇ ਆਪਣੀ ITR ਬਣਾਉਣੀ ਆ ਉਹ 31 ਜੁਲਾਈ ਤੱਕ ਬਣਾਏਗਾ, ਬਟ ਆਡਿਟ ਕੇਸਿਸ ਦੇ ਵਿੱਚ ਉਹ 31 ਅਕਤੂਬਰ ਹੈ ਲਾਸਟ ਡੇਟ। ਦੈਨ ਆਉਂਦਾ ਹੈ ਵੈਰੀ ਇੰਪੋਰਟੈਂਟ ਚੀਜ਼, ਟਾਈਪ ਆਫ ITR ਫੋਰਮਸ। ITR ਫੋਰਮਸ ਦੇ ਵਿੱਚ ਆਪਾਂ ਸਾਰੇ ਫੋਰਮਸ ਨਹੀਂ ਯਾਦ ਰੱਖਣੇ, ਕੁਛ ਇੰਪੋਰਟੈਂਟ ਫੋਰਮਸ ਹੈ ਜੋ ਤੁਸੀਂ ਯਾਦ ਰੱਖਣੇ ਆ। ਤੁਹਾਡੇ ਐਗਜ਼ਾਮ ਦੇ ਵਿੱਚ ਸਿਰਫ ਉਹੀ ਚੀਜ਼ਾਂ ਡਾਇਰੈਕਟ ਪੁੱਛੀਆਂ ਜਾਂਦੀਆਂ। ਦੇਖੋ, ਸਭ ਤੋਂ ਪਹਿਲੀ ਆਉਂਦੀ ਹੈ ਸਾਡੇ ਕੋਲ ITR 1, ਜਿਹਨੂੰ ਆਪਾਂ ਬੋਲਦੇ ਹਾਂ ਸਹਿਜ। ਹੁਣ ਇੱਥੇ ਕੁਐਸਚਨ ਜਿਹੜਾ ਹੈ ਟ੍ਰਿਕੀ ਬਣਦਾ ਹੈ, ਉਹ ਆਪਾਂ ਦੇਖਦੇ ਹਾਂ। ਪਹਿਲਾਂ ਤਾਂ ਇਹ ਚੀਜ਼ ਸਮਝੋ, ਜਿਹੜੀ ITR 1 ਹੈ ਉਹ ਮੋਸਟ ਕਾਮਨ ਫੋਰਮ ਹੈ, ਠੀਕ ਹੈ, ਇਹ ਫੋਰਮਸ ਹੁੰਦੇ ਆ ਨਾ, ITR ਕੀ ਇੱਕ ਫੋਰਮ ਹੈ, ਤਾਂ ITR 1 ਹੈ ਜਿਹੜਾ ਉਹ ਮੋਸਟ ਕਾਮਨ ਫੋਰਮ ਹੈ। ਉਹ ਸੈਲਰੀਡ ਪਰਸਨ ਯੂਜ਼ ਕਰਦੇ, ਜਿਨ੍ਹਾਂ ਦੀ 1 ਹਾਊਸ ਪ੍ਰੋਪਰਟੀ ਆ ਉਹ ਯੂਜ਼ ਕਰਦੇ ਹੈ ਇੰਟਰਸਟ ਔਰ ਅਦਰ ਸੋਰਸਿਸ ਵਾਸਤੇ, ਔਰ ਜਿਨ੍ਹਾਂ ਦੀ ਇਨਕਮ 50 ਲੱਖ ਤੋਂ ਘੱਟ ਹੈ ਉਹ ਇਹ ਵਾਲਾ ਫੋਰਮ ਯੂਜ਼ ਕਰਦੇ ਹੈ, ਠੀਕ ਹੈ। ਇਹ ਵਾਲਾ ਫੋਰਮ ਕੌਣ ਯੂਜ਼ ਨਹੀਂ ਕਰ ਸਕਦੇ? ਬਿਜ਼ਨਸ ਇਨਕਮ ਵਾਲੇ ਯੂਜ਼ ਨਹੀਂ ਕਰ ਸਕਦੇ, ਕੈਪੀਟਲ ਗੇਨਸ ਵਾਲੇ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਅਤੇ ਕੁਐਸਚਨ ਇੱਥੋਂ ਹੀ ਟ੍ਰਿਕੀ ਬਣਦਾ ਹੈ ਕਿ ITR 1 ਕੌਣ ਨਹੀਂ ਫਾਈਲ ਕਰ ਸਕਦਾ? ਤਾਂ ਯਾਦ ਰੱਖਣਾ, ਬਿਜ਼ਨਸ ਇਨਕਮ ਵਾਲੇ ਔਰ ਕੈਪੀਟਲ ਗੇਨ ਵਾਲੇ। ਹੁਣ ਕਿ ITR 1 ਨੂੰ ਆਪਾਂ ਸਹਿਜ ਕਿਉਂ ਬੋਲਦੇ ਹਾਂ? ਦੇਖੋ, ਸਹਿਜ ਦੀ ਕੋਈ ਵੀ ਐਕਸਪੈਂਡੇਬਲ ਫੋਰਮ ਨਹੀਂ ਹੈ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਫਸਾਉਣ ਵਾਸਤੇ ਜਾਂ ਫਿਰ ਕੁਐਸਚਨ ਇੱਦਾਂ ਦਾ ਬਣਾ ਦੇਣ ਕਿ ਸਹਿਜ ਦੀ ਫੁੱਲ ਫੋਰਮ ਦੱਸੋ, ਤਾਂ ਸਹਿਜ ਦੀ ਕੋਈ ਫੁੱਲ ਫੋਰਮ ਨਹੀਂ ਹੈ। ਸਰਕਾਰ ਨੇ ITR 1 ਦਾ ਨਾਮ ਇਸ ਕਰਕੇ ਸਹਿਜ ਰੱਖਿਆ ਕਿਉਂਕਿ ਇਹ ਬਹੁਤ ਜ਼ਿਆਦਾ ਸਿੰਪਲ ਹੈ। ਸਹਿਜ ਦਾ ਮਤਲਬ ਕੀ ਹੁੰਦਾ? ਸਿੰਪਲ, ਈਜ਼ੀ, ਅਤੇ ਕਾफ़ੀ ਜ਼ਿਆਦਾ ਈਜ਼ੀ ਔਰ ਸਿੰਪਲ ਹੁੰਦੀ ਹੈ, ਇਸ ਕਰਕੇ ਸਰਕਾਰ ਨੇ ITR 1 ਦਾ ਨਾਮ ਸਹਿਜ ਰੱਖ ਦਿੱਤਾ ਹੈ, ਠੀਕ ਹੈ। ਇਟ ਇਜ਼ ਸਿੰਪਲੈਸਟ ITR ਫੋਰਮ ਐਂਡ ਫॉर ਕਾਮਨ ਸੈਲਰੀਡ ਪੀਪਲ, ਲਿਮਿਟਿਡ ਇਨਕਮ ਸੋਰਸਿਸ, no business income and capital gain, and easy to fill,
इस करके इहदा नाम सहज रखा गया। एग्जाम ट्रैप की है कि सहज की कोई भी फुल फॉर्म नहीं है। अगर तुहानू क्वेश्चन पूछा जाए कि सहज की फुल फॉर्म दसो तो सारे ऑप्शन रॉन्ग होंगे, क्योंकि सहज एक फुल फ्लैज नाम है, क्योंकि ITR 1 बहुत ज़्यादा सिंपल फॉर्म है, इस करके सरकार ने उसका नाम सहज रखता। इट डज़ नॉट एक्सपैंड टू एनीथिंग, ये किसी भी चीज़ में एक्सपैंड नहीं करता, मतलब ये कोई भी फुल फॉर्म नहीं है। इफ़ ऑप्शन गिव एनी फुल फॉर्म्स तो सारे ऑप्शन गलत है, ये चीज़ याद रखनी है तुसी। नैक्सट आ जाओ ITR 2। ITR 2 किहदे वास्ते है? सैलरी वास्ते, हाउस प्रॉपर्टी, कैपिटल गेन इंपॉर्टेंट चीज़ है, ठीक है, कि जे तुहानू पूछा जाए कैपिटल गेन है वो किहड़े फॉर्म के अंदर भरिया जाता तो वो ITR 2 है। अदर सोर्सिस भी ये आ जाते हैं, पर अगर तुहानू ऑप्शन के दिता जाए बिजनेस इनकम ITR 2 के भरी जाती है तो यह रोंग ऑप्शन होएगा। बिजनेस इनकम ITR 2 के नहीं भरी जाती, याद रखनी है चीज़। ITR 3 के आ जाएगा बिजनेस प्रोफैशनल इनकम्स, ठीक है। पार्टनर इन फॉर्म्स आ जाओगे, सैलरी प्लस बिजनेस, मतलब ये सैलरी भी आऊगी तो बिजनेस भी आऊगे, ये सैलरी भी आऊगी, कैपिटल गेन्स भी आऊगे, ये पहले वाले सिर्फ सैलरीड आऊगी, ठीक है, ये चीज़ याद रखना। हुण देखो नोट किया ITR 3 इज़ फाइल्ड बाय अ पर्सन हैविंग बिजनेस इनकम। ITR 3 कौन फाइल करेगा? वो पर्सन जिहदे कोल बिजनेस इनकम है। हुण आ जाओ ITR 4। ITR 4 नू सुगम किया गया है, ठीक है। सेम एज एदी भी कोई भी फुल फॉर्म नहीं है, किसी भी चीज़ में एक्सपैंड नहीं करता। सुगम इनू इस करके उन सरकार ने नाम रखे क्योंकि ये भी स्मॉल बिजनेस वास्ते बनाई गई है, इस करके इनू सुगम कह देंगे हैं, ठीक है। ये कीवर्ड याद रखने, प्रिजम्पटिव टैक्सेशन और स्मॉल बिजनेस एंड प्रोफैशनल्स। ਜਿਹੜੇ छोटे बिजनेस होंगे वो ITR 4 फाइल करते हैं, ठीक है। और ਇਹਦਾ कीवर्ड हमेशा याद रखना है प्रिजम्पटिव, ठीक है। प्रिजम्पटिव जिथे आ जाएगा वो ITR 4 है। नैक्सट आ जाओ एग्जाम शॉर्टकट टू रिमेंबर, ठीक है। डायरैक्ट शॉर्टकट्स तुसी की याद रखने हैं। जे सैलरी और इंटरस्ट पूछा जाए ITR 1, ITR 1 नूं आपां बोलते हैं सहज, याद रखना। कैपिटल गेन ITR 2, बिजनेस इनकम ITR 3 और स्मॉल बिजनेसिस और प्रिजम्पटिव टैक्सेशन लिखा हुआ है ITR 4, इनू आपां सुगम बोलते हैं। आई होप तुहानूं चारों दी चारों ITR टाइप्स क्लीयर है। नैक्सट आ जाओ, हुण एक टर्म आती है बिलेटेड रिटर्न, कि बिलेटेड रिटर्न की है। देखो तुसी ड्यू डेट के अंदर अंदर रिटर्न नहीं की फाइल तो तुसी अगर आफ्टर ड्यू डेट फाइल कर रहे हो अपनी ITR, उस फाइल नूं आपां बिलेटेड रिटर्न बोलते हैं, ठीक है। याद रख लेना लेटेड वाला, जिदा आप किसी का बर्थडे है, अगर तुसी उन्होंने विश करना भुल गए तो तुसी उन्होंने की विश करते हो? बिलेटेड हैप्पी बर्थडे। इदा ही अगर तुसी अपनी ITR फाइल करना भुल गए ड्यू डेट के अंदर, तो तुसी ड्यू डेट तो बाद जो ITR फाइल कर रहे हो तो उन्होंने आप बिलेटेड रिटर्न बोलांगे। हुण बिलेटेड रिटर्न अगर तुसी फाइल कर रहे हो तो तुहानूं लेट फी भी लग सकती है, इंटरस्ट भी पे करना पै सकता, और कुछ अगर तुहानूं बेनीफिट्स मिलने सीगे तो तुहानूं वो बेनीफिट्स नहीं मिलूगे, ठीक है। अगे आ जाओ, एक टर्म आती है रिवाइज्ड रिटर्न। अगर तुसी ये चीज़ लभ लैंदे हो कि तुहाडी ITR दे विच कुछ मिसटेक तुसी कर दित्ती है, तो तुसी उस मिसटेक नूं सही करना चाहते हो, तो जदों तुसी उस मिसटेक नूं सही करना चाहते हो तो दोबारा तो ITR रिटर्न नूं करैक्ट फिल करोगे, उन्होंने आपां रिवाइज्ड फाइल कहने आ या फिर रिवाइज्ड रिटर्न कहने आ। इफ़ मिसटेक फाउंड इन ओरिजिनल ITR यू कैन करैक्ट इट बाय फिलिंग रिवाइज्ड रिटर्न, ठीक है। उन्होंने की कहने आ रिवाइज रिटर्न, तुसी जो दोबारा तो भरते हो अपनी। हुण डिफरेंस आ जाओ दोनों के विच, ए फील्ड कि है आफ्टर ड्यू डेट तुसी फाइल कर रहे हो तो वह बिलेटेड रिटर्न हो जाएगी, पर अगर तुसी अपनी ओरिजिनल ITR नूं करैक्ट करने वास्ते कर रहे हो रिवाइज्ड रिटर्न हो जाएगी। पर्पस की है लेट फिलिंग, ਇਹਦਾ पर्पस की है सिर्फ और सिर्फ करैक्शन, कि मैं करैक्ट करनी है अपनी मिसटेक। पेनल्टी ये लग सकती है, मैं तुहानूं दस्सिया कि पेनल्टी लग सकती है, इंटरस्ट रेट्स लग सकते हैं तुहाडे ते, ਜਿਹੜੇ ਤੁਹਾਨੂੰ बेनीफिट्स मिलने से वो भी नहीं तुहानूं मिलूगे। ਇਹਦੇ ਵਿੱਚ कोई भी पेनल्टी नहीं है, बट अगर तुसी विद इन टाइम किया, अगर विद इन टाइम नहीं करैक्शन की तो पेनल्टी लग सकती है। नैक्सट आ जाओ, एक टर्म आती है ITR एक्नॉलेजमेंट। ये की हुंदा है? आफ्टर फाइलिंग ITR यू गैट एन एक्नॉलेजमेंट नंबर, ठीक है। ये की हुंदा प्रूफ ऑफ फाइलिंग, कि जिदा एक नंबर तुहानूं दे दूगे कि हाँ तुसी हुण ITR फाइल कर दी है, ये तुहाडे कोल प्रूफ है, ये नंबर। अगर तुहाडे कोल कोई पूछे कि तुसी अपनी ITR फाइल कर दी या नहीं कर दी, और अगर वो तुहाडे तो प्रूफ मंगे तो तुसी ये वाला नंबर दिखा सकते हो, उन्होंने आपां बोलते हैं ITR एक्नॉलेजमेंट। एग्जाम पॉइंट्स वास्ते तुसी की चीज़ याद रखनी है, ITR है जो डैक्लरेशन हुंदा तुहाडी इनकम का। तो तुहाडे कोल इदां पूछा जा सकता है कि
ਉਹ ਡਾਕੂਮੈਂਟ ਦੱਸੋ ਜੋ ਤੁਹਾਡੀ ਡਿਕਲੇਰੇਸ਼ਨ ਹੁੰਦੀ ਹੈ ਤੁਹਾਡੀ ਇਨਕਮ ਦੀ, ਤਾਂ ਉਹ ਕੀ ਹੈ ITR। ਇਹਨੂੰ ਫਾਈਲ ਕਦੋਂ ਕਰਦੇ ਆ? ਐਨੂਅਲੀ। ਡਿਊ ਡੇਟ ਕੀ ਹੈ ਇੰਡੀਵਿਜੂਅਲਸ ਵਾਸਤੇ 31 ਤਰੀਕ, ਮਤਲਬ ਕਿ ਸੈਲਰੀਡ ਪਰਸਨਸ ਵਾਸਤੇ 31 ਜੁਲਾਈ ਔਰ ਬਾਕੀ ਸਾਰਿਆਂ ਵਾਸਤੇ ਆਡਿਟ ਕੇਸਿਸ ਵਾਸਤੇ 31 ਅਕਤੂਬਰ। ਨੈਕਸਟ ਹੈ ਰਿਫੰਡ ਪੋਸੀਬਲ ਓਨਲੀ ਆਫਟਰ ITR ਫਾਈਲਿੰਗ। ਅਗਰ ਤੁਸੀਂ ITR ਫਾਈਲ ਕੀਤੀ ਹੀ ਨਹੀਂ, ठीक है, और तुसी चाहते हो थानू रिफंड मिल जाए तुहाडे एडवांस टैक्स का या फिर TDS का जो तुसी एक्स्ट्रा पे कर दिता है, वो नहीं होएगा पॉसिबल जब तक तुसी ITR फाइल नहीं की होएगी। ठीक है, सो ये सी लास्ट पेज। क्लास बहुत छोटी जी सीगी। ठीक है, ITR साडा इत्थे खत्म हुंदा है, मतलब इनकम टैक्स वाला मेन पोर्शन है जो साडा खत्म हुंदा है। पर तुसी मैनू एक बार रिकॉल करवाना है कि आपां इनकम टैक्स की स्लैब्स करनी है। ठीक है, कि केड़ी एग्जाम्पशन लिमिट है कि इसके उत्ते कितना % इनकम टैक्स लगेगा, वो वाली चीज़ आप हजे कवर करनी है। वो तुसी एक बार मैनू रिकॉल करवा देना। इस तो बाद नैक्सट चैप्टर साडा स्टार्ट होएगा GST। ठीक है, ये की चीज़ा एग्जाम्पशनस ने किना उत्ते केड़ा टैक्स लगेगा, जिहड़ा हुण ओहदे विच एक तुहाडे कोल आया सीगा हुणे रीसेंट सितंबर दे विच GST 2.0, जिहदे विच GST दे विच स्लैब्स दे विच कुछ रिफॉर्म्स लैके आए गए सी। वो भी सानू पढ़ने इंपॉर्टेंट हो जाऊगे क्योंकि वो करंट दे विच है और पूछा जा सकता है। ठीक है, सो ये सी अज दी अपनी क्लास। आई होप तुहानू क्लास वधिया लगी होए। जे तुहानू क्लास वधिया लगी होए, चैनल नू सबसक्राइब करना, वीडियो नू वध तो वध शेयर और लाइक ज़रूर करना। इहदे नाल नाल टैलीग्राम चैनल ज्वाइन कर लो फॉर रेगुलर अपडेट्स। प्लस अपना फीडबैक मैनू ज़रूर दिया करो कमेंट सैक्शन दे विच। अगर लैक्चर्स अच्छे लग रहे हों तो तुसी कमेंट सैक्शन में स्वाइप करके हाइप द वीडियो भी कर सकते हो। मिलांगे नैक्सट क्लास नैक्सट टॉपिक दे नाल। थैंक यू सो मच।